ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਤਰਨਜੀਤ ਕੌਰ ਘੁੰਮਣ। ਹਮਦਰ ਟੀਵੀ ਦੇ ਟੋਰਾਂਟੋ ਸਟੂਡੀਓ ਤੋਂ ਖਬਰ ਲੈ ਕੇ ਹਾਜ਼ਰ ਹਾਂ ਜੋ ਕਿ ਟੋਰਾਂਟੋ ਨਾਲ ਹੀ ਸੰਬੰਧਿਤ ਹੈ। ਟੋਰਾਂਟੋ ਦੇ ਵਿੱਚ 100 ਦੇ ਕਰੀਬ ਸਿੱਖ ਸਿਕਿਉਰਿਟੀ ਗਾਰਡਸ ਨੂੰ ਨੌਕਰੀ ਤੋਂ ਜਵਾਬ ਮਿਲ ਚੁੱਕਿਆ ਹੈ। ਇੱਕੋ ਵੇਲੇ ਹੀ ਇਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਗੱਲ ਆਖੀ ਹੈ। ਇਹਨਾਂ ਨੂੰ ਨੋਟਿਸ ਜਾਰੀ ਹੋ ਚੁੱਕੇ ਨੇ। ਇਸ ਦਾ ਕਾਰਨ ਇਹ ਹੈ ਕਿ ਟੋਰਾਂਟੋ ਦੇ ਨਿਯਮ ਦੇ ਅਨੁਸਾਰ ਉੱਥੇ ਕੋਈ ਵੀ ਸੁਰੱਖਿਆ ਕਰਮੀ ਦਾੜੀ ਨਹੀਂ ਰੱਖ ਸਕਦਾ, ਜਿਸ ਦੇ ਚੱਲਦਿਆਂ ਇਹਨਾਂ 100 ਦੇ ਕਰੀਬ ਸੁਰੱਖਿਆ ਕਰਮੀਆਂ ਨੂੰ ਨੌਕਰੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਵੀ ਬਿਆਨ ਸਾਹਮਣੇ ਆਇਆ ਹੈ। ਕੀ ਇਹ ਆਖਿਰ ਪੂਰਾ ਮਾਮਲਾ, ਦੇਖੋ ਇਹ ਰਿਪੋਰਟ। ਅਸਲ ਦੇ ਵਿੱਚ ਕੈਨੇਡਾ ਇੱਕ ਮਲਟੀਕਲਚਰਲ ਦੇਸ਼ ਹੈ, ਜਿੱਥੇ ਹਰ ਧਰਮ ਦੇ ਲੋਕ ਆਪਣੇ ਧਰਮ ਦੇ ਅਨੁਸਾਰ ਆਜ਼ਾਦੀ ਮਾਣ ਸਕਦੇ ਨੇ ਤੇ ਨੌਕਰੀ ਸਮੇਂ ਆਪਣਾ ਧਾਰਮਿਕ ਪਹਿਰਾਵਾ ਜਿਵੇਂ ਕਿ ਦਸਤਾਰ, ਹਿਜਾਬ ਆਦਿ ਪਾ ਸਕਦੇ ਨੇ। ਅਜਿਹੇ ਵਿੱਚ ਜਦੋਂ ਕਿਊਬੈਕ ਵਿੱਚ ਬਿੱਲ 21 ਆਇਆ ਸੀ ਤਾਂ ਇਸ ਨੂੰ ਵਿਅਕਤੀ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਮੰਨਿਆ ਗਿਆ ਸੀ, ਜਿਸ ਦੀ ਕੈਨੇਡਾ ਦੇ ਬਾਕੀ ਹਿੱਸਿਆਂ ਵਿੱਚ ਵੀ ਕਾਫੀ ਨਿਖੇਧੀ ਹੋਈ। ਅਜਿਹੇ ਵਿੱਚ ਟੋਰਾਂਟੋ ਸਿਟੀ ਦਾ ਇਹ ਨਿਯਮ ਕਿ ਸੁਰੱਖਿਆ ਕਰਮੀ ਦਾੜੀ ਨਹੀਂ ਰੱਖ ਸਕਦੇ, ਉਹਨਾਂ ਦੀ ਆਜ਼ਾਦੀ ਤੇ ਵੀ ਸਵਾਲੀਆ ਨਿਸ਼ਾਨ ਹੈ। ਵਿਸ਼ਵ ਸਿੱਖ ਸੰਗਠਨ ਵੱਲੋਂ ਸਿਟੀ ਆਫ ਟੋਰਾਂਟੋ ਨੂੰ ਅਜਿਹੇ ਭੇਦਭਾਵ ਵਾਲੇ ਕਾਨੂੰਨ ਨੂੰ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ, ਜਿਸ ਵਿੱਚ ਸੁਰੱਖਿਆ ਕਰਮੀਆਂ ਦਾ ਕਲੀਨ ਸ਼ੇਵ ਹੋਣਾ ਲਾਜ਼ਮੀ ਹੈ। ਸੰਗਠਨ ਦਾ ਕਹਿਣਾ ਸੀ ਕਿ ਜਿਨ੍ਹਾਂ 100 ਦੇ ਕਰੀਬ ਸਿੱਖ ਕਰਮੀਆਂ ਨੂੰ ਆਪਣੀ ਨੌਕਰੀ ਗਵਾਉਣੀ ਪਈ ਹੈ, ਉਹਨਾਂ ਨੂੰ ਸਿਟੀ ਮੁਆਵਜ਼ਾ ਦੇਵੇ ਅਤੇ ਉਹਨਾਂ ਨੂੰ ਮੁੜ ਤੋਂ ਨੌਕਰੀ ਤੇ ਬਹਾਲ ਕਰੇ। ਉਹਨਾਂ ਨੇ ਕਿਹਾ ਕਿ ਸਿਟੀ ਅਜਿਹੇ ਸੁਰੱਖਿਆ ਕਰਮੀਆਂ ਲਈ ਇਹ ਲਾਜ਼ਮੀ ਕਰ ਰਹੀ ਹੈ ਜਿਨ੍ਹਾਂ ਨੇ ਗਾਰਡਾ ਵਰਲਡ, APS ਸਿਕਿਉਰਿਟੀ ਅਤੇ ਸਟਾਰ ਵਰਲਡ ਵਰਗਿਆਂ ਦੇ ਲਈ ਕੰਟਰੈਕਟ ਨੌਕਰੀਆਂ ਕੀਤੀਆਂ। ਉਸ ਸਮੇਂ ਵੀ ਇਹਨਾਂ ਨੂੰ N95 ਮਾਸਕ ਲਾਜ਼ਮੀ ਕੀਤੇ ਗਏ ਸੀ ਅਤੇ ਪੈਂਡੈਮਿਕ ਦੀ ਅਜਿਹੀ ਸਿਚੁਏਸ਼ਨ ਦੇ ਵਿੱਚ ਵੀ ਉਹਨਾਂ ਨੇ ਬਿਨਾਂ ਕੁਝ ਸੋਚੇ ਸਮਝੇ, ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਸ਼ਹਿਰ ਦੀ ਸੇਵਾ ਕੀਤੀ। ਉਧਰੋਂ ਸਿਟੀ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਜਿਹੜੇ ਵੀ ਸ਼ੈਲਟਰ, ਸਪੋਰਟ ਅਤੇ ਹਾਊਸਿੰਗ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟਸ ਨਾਲ ਕੰਮ ਕਰ ਰਹੇ ਨੇ, ਉਹਨਾਂ ਲਈ ਕਲੀਨ ਸ਼ੇਵ ਹੋਣਾ ਤੇ N95 ਮਾਸਕ ਪਾਉਣਾ ਲਾਜ਼ਮੀ ਸੀ ਤਾਂ ਕਿ ਉਹ ਮਾਸਕ ਵਿੱਚ ਪੂਰੀ ਸੁਰੱਖਿਆ ਲੈ ਸਕਣ। ਹਾਲਾਂਕਿ ਸਿਟੀ ਨੇ ਕਿਹਾ ਕਿ ਵਿਸ਼ਵ ਸਿੱਖ ਸੰਗਠਨ ਦੀ ਸ਼ਿਕਾਇਤ ਪ੍ਰਾਈਵੇਟ ਕੰਟਰੈਕਟਰਸ ਦੇ ਨਾਲ ਹੋ ਰਹੀ ਹੈ, ਜਿਹੜੇ ਕਿ ਆਪਣੇ ਹੀ ਕਰਮਚਾਰੀਆਂ ਨੂੰ ਸਹੀ ਦਿਸ਼ਾ ਨਿਰਦੇਸ਼ ਨਹੀਂ ਦੇ ਪਾਏ। ਸਿੱਖ ਸਿਕਿਉਰਿਟੀ ਗਾਰਡ ਇਸ ਨਿਯਮ ਦੇ ਨਾਲ ਕਾਫੀ ਸੰਘਰਸ਼ ਕਰ ਰਹੇ ਨੇ। ਬੀਰ ਕਵਲ ਸਿੰਘ ਆਨੰਦ, ਜੋ ਕਿ APS ਸਿਕਿਉਰਿਟੀ ਵਿੱਚ ਕੰਮ ਕਰਦਾ ਹੈ, ਉਸ ਦਾ ਕਹਿਣਾ ਸੀ ਕਿ ਉਹ ਬਹੁਤ ਬੇਇੱਜ਼ਤ ਮਹਿਸੂਸ ਕਰ ਰਿਹਾ ਹੈ। ਉਸਨੇ ਕਿਹਾ ਕਿ ਜਦੋਂ ਉਸ ਨੂੰ 1 ਮਹੀਨੇ ਪਹਿਲਾਂ ਕੰਪਨੀ ਵੱਲੋਂ ਇਹ ਨੋਟਿਸ ਆਇਆ ਸੀ ਤਾਂ ਉਸਨੇ ਇਸ ਮਾਮਲੇ ਤੇ ਧਾਰਮਿਕ ਛੋੜ ਦੀ ਮੰਗ ਕੀਤੀ ਸੀ, ਪਰ ਉਸ ਨੂੰ ਇਹ ਕਿਹਾ ਗਿਆ ਕਿ ਅਜਿਹੀ ਸੂਰਤ ਵਿੱਚ ਉਸ ਨੂੰ ਛੋਟੀ ਪੋਜੀਸ਼ਨ ਦੇ ਦਿੱਤੀ ਜਾਏਗੀ ਅਤੇ ਉਸ ਨੂੰ ਤਨਖਾਹ ਵੀ ਘੱਟ ਦਿੱਤੀ ਜਾਏਗੀ। ਉਹਨਾਂ ਨੇ ਕਿਹਾ ਕਿ ਉਸ ਨੂੰ ਇਹਨਾਂ ਵਿੱਚੋਂ ਇੱਕ ਚੀਜ਼ ਚੁਣਨੀ ਹੋਏਗੀ ਕਿ ਜਾਂ ਤਾਂ ਉਹ ਛੋਟੀ ਪੋਜੀਸ਼ਨ ਤੇ ਕੰਮ ਕਰਨ ਨੂੰ ਤਿਆਰ ਹੋ ਜਾਵੇ, ਜਾਂ ਲੇ ਆਫ ਲੈ ਲਵੇ, ਜਾਂ ਫਿਰ ਆਪਣੀ ਦਾੜੀ ਸ਼ੇਵ ਕਰ ਲਵੇ। ਵਿਸ਼ਵ ਸਿੱਖ ਸੰਗਠਨ ਦਾ ਕਹਿਣਾ ਹੈ ਕਿ ਸਿੱਖਾਂ ਲਈ ਕੇਸ ਕੱਟਣੇ ਧਰਮ ਦੇ ਵਿਰੁੱਧ ਨੇ ਅਤੇ ਦਾੜੀ ਇਸ ਦਾ ਹੀ ਇੱਕ ਅੰਗ ਹੈ। ਇਸ ਮਾਮਲੇ ਤੇ ਸੰਗਠਨ ਦੇ ਵਕੀਲ ਬਲਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਟੋਰਾਂਟੋ ਦੇ ਨਿਯਮ ਸਿੱਧੇ ਤੌਰ ਤੇ ਭੇਦਭਾਵ ਵਾਲੇ ਨੇ, ਕਿਉਂਕਿ ਇਹ ਅਜਿਹੇ ਸਮੇਂ ਵਿੱਚ ਸਾਹਮਣੇ ਆਏ ਨੇ ਜਦੋਂ ਓਨਟਾਰੀਓ ਵਿੱਚ ਲਗਭਗ ਸਾਰੀਆਂ ਥਾਵਾਂ ਤੋਂ ਮਾਸਕ ਪਾਉਣੇ ਹਟਾ ਦਿੱਤੇ ਗਏ ਨੇ। ਸੁਰੱਖਿਆ ਕਰਮੀਆਂ ਨੇ ਉਸ ਵੇਲੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਖਤ ਡਿਊਟੀਆਂ ਕੀਤੀਆਂ ਸੀ, ਜਿਸ ਵੇਲੇ ਕਰੋਨਾ ਸਿਖਰਾਂ ਤੇ ਸੀ। ਪਰ ਹੁਣ ਜਦ ਤੁਹਾਨੂੰ ਪਤਾ ਹੈ ਕਿ ਵੈਕਸੀਨ ਆਮ ਹੋ ਗਈ ਹੈ ਅਤੇ ਸਭ ਕੁਝ ਖੁੱਲ ਰਿਹਾ ਹੈ, ਤਾਂ ਇਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਇੱਥੇ ਹੋਰ ਸੇਵਾਵਾਂ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਦਾੜੀ ਰੱਖੀ ਹੋਈ ਹੈ। ਉਹਨਾਂ ਨੇ ਕਿਹਾ ਕਿ ਉਹ ਲਗਾਤਾਰ ਇਸ ਮਾਮਲੇ ਤੇ ਸਿਟੀ ਨਾਲ ਸੰਪਰਕ ਸਾਧ ਰਹੇ ਨੇ ਤੇ ਇਸ ਮਾਮਲੇ ਵਿੱਚ ਉਹਨਾਂ ਨੇ ਸਿਟੀ ਨੂੰ 7 ਜੂਨ ਨੂੰ ਇੱਕ ਪੱਤਰ ਵੀ ਲਿਖਿਆ ਹੈ ਕਿ ਸਿਕਿਉਰਿਟੀ ਕੰਟਰੈਕਟਰ ਇਸ ਮਾਮਲੇ ਦਾ ਕੋਈ ਹੱਲ ਕੱਢਣ। ਉਧਰ ਸਿਟੀ ਆਫ ਟੋਰਾਂਟੋ ਵੱਲੋਂ ਭੇਜੀ ਗਈ ਇੱਕ ਈਮੇਲ ਵਿੱਚ ਇਹ ਗੱਲ ਆਖੀ ਗਈ ਹੈ ਕਿ ਉਹ ਵਿਸ਼ਵ ਸਿੱਖ ਸੰਗਠਨ ਦੀ ਸ਼ਿਕਾਇਤ ਤੋਂ ਜਾਣੂ ਨੇ, ਪਰ ਇਹ ਜੋ ਮਾਮਲਾ ਹੈ ਇਹ ਕੰਟਰੈਕਟਰਸ ਦੇ ਨਾਲ ਹੋ ਰਿਹਾ ਹੈ, ਨਾ ਕਿ ਉਹਨਾਂ ਦੀ ਆਪਣੀ ਕਾਰਪੋਰੇਟ ਸਿਕਿਉਰਿਟੀ ਡਿਵੀਜ਼ਨ ਦੇ ਨਾਲ। ਸਿਟੀ ਨੇ ਕਿਹਾ ਹੈ ਕਿ SSHA ਪਾਲਿਸੀ ਸਿਰਫ ਸਿਟੀ ਦੇ ਕਰਮਚਾਰੀਆਂ ਨੂੰ ਹੀ ਸਹੂਲਤਾਂ ਦੇ ਸਕਦੀ ਹੈ। ਜਿਹੜੇ ਲੋਕ ਕੰਟਰੈਕਟਰਸ ਦੇ ਜ਼ਰੀਏ ਕੰਮ ਕਰ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਨਾਲ ਹੀ ਸਿੱਧੀ ਗੱਲ ਕਰਨੀ ਪਏਗੀ। ਉਧਰ ਵਿਸ਼ਵ ਸਿੱਖ ਸੰਗਠਨ ਨੇ ਕੰਟਰੈਕਟ ਕੰਪਨੀਆਂ ਨਾਲ ਹੀ ਰਾਬਤਾ ਕਾਇਮ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਵਿੱਚ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲਦੀ ਦਿਖੀ ਤਾਂ ਉਹ ਇਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਲੜਨਗੇ। ਬਿਊਰੋ ਰਿਪੋਰਟ, ਹਮਦਰਦ ਨਿਊਜ਼।